सब तो पहला भंडारी साहब तुहानूं ये दसीए भी जिहड़ी हड़ताल करनी आ स्ट्राइक करनी आ ये साडा कोई शौक नहीं है। साडा ये अखीरला त्यार आ। गौरमेंट सानूं मजबूर करदी है सानूं इस स्टैप ते जाण ते, क्योंकि जे असीं 2 दिन की हड़ताल काल की साडी अपैक्स बॉडी ने साडे लीडर साहबान ने तो बड़ी मजबूरी च की आ। असीं इहदी बकायदा तनख्वाह घटा रहे हैं। मतलब ਜਿਹੜੇ ਲੋਕਾਂ ਨੇ ਬੈਂਕਾਂ ਤੋਂ ਕਰਜ਼ਾ ਲਿਆ ਕਾਰਪੋਰੇਟ ਘਰਾਣਿਆਂ ਨੇ ਉਹ ਬੈਂਕਾਂ ਦਾ ਪੈਸਾ ਵਾਪਸ ਨਹੀਂ ਕਰ ਰਹੇ। ਉਹ 6,80,000 ਕਰੋੜ ਰੁਪਏ ਇਹ 31 3 2020 ਦੀ ਫਿਗਰ ਦੱਸਦਾ। ਇਹਦੇ ਵਿੱਚ 1,47,000 ਕਰੋੜ ਸਿਰਫ ਉਹਨਾਂ ਦਾ ਜਿਨ੍ਹਾਂ ਦਾ 5,000 ਕਰੋੜ ਤੋਂ ਉੱਪਰ ਆ। D4U देख रहे तमाम दोस्तों को दीपक भंडारी का नमस्कार। केंद्र सरकार की ओर से तमाम कंपनियां जो हैं सरकारी उन्हें निजी हाथों में सौंपा जा रहा है। ये आरोप लग रहे हैं कि जहां से प्रॉफिट होना होता है उसे भी अपने चेतों को सौंपा जा रहा है। अब जो सरकारी बैंक हैं इन्हें भी प्राइवेटाइजेशन किए जाने की बात की जा रही है। इसी को लेकर देशव्यापी हड़ताल जो है वो की जा रही है 15 और 16 मार्च को, यानी कि इसी सोमवार और मंगलवार को पूरे देश में नेशनलाइज्ड बैंक बंद रहेंगे। जब बैंक बंद होते हैं तो इसका असर व्यापार पर पड़ता है। हमारे साथ हैं ऑल इंडिया पंजाब एंड सिंध बैंक ऑफिसर फेडरेशन के राष्ट्रीय अध्यक्ष जसवंत सिंह कालरा। इनसे बात करते हैं कि आखिरकार इन्हें हड़ताल का रास्ता क्यों चुनना पड़ा। जसवंत सिंह सत श्री अकाल जी। सत श्री अकाल जी। सर D4U न्यूज़ चैनल से ਤੁਹਾਡਾ ਸਵਾਗਤ ਹੈ। ਤੁਸੀਂ 15 ਤੇ 16 ਮਾਰਚ ਨੂੰ ਹੜਤਾਲ ਕਰਨ ਜਾ ਰਹੇ ਹੋ ਇਸ ਸੋਮਵਾਰ ਤੇ ਮੰਗਲਵਾਰ। क्या रीज़न है भी ਤੁਹਾਨੂੰ देश भर पूरी हड़ताल करनी पै रही है? ਭੰਡਾਰੀ ਸਾਹਿਬ ਸਭ ਤੋਂ ਪਹਿਲਾਂ D4U ਨਿਊਜ਼ ਚੈਨਲ ਦਾ ਬਹੁਤ ਧੰਨਵਾਦ। ਤੁਹਾਡਾ ਬਹੁਤ ਧੰਨਵਾਦ। ਮੈਨੂੰ ਅੱਜ ਤੁਸੀਂ ਆਪਣੇ ਸਟੂਡੀਓ ਤੇ ਸੱਦਿਆ ਤੇ ਆਪਣੀਆਂ ਗੱਲਾਂ ਕਹਿਣ ਦਾ ਮੌਕਾ ਦਿੱਤਾ। ਸਭ ਤੋਂ ਪਹਿਲਾਂ ਭੰਡਾਰੀ ਸਾਹਿਬ ਤੁਹਾਨੂੰ ਇਹ ਦਸੀਏ ਵੀ ਜਿਹੜੀ ਹੜਤਾਲ ਕਰਨੀ ਆ ਸਟ੍ਰਾਈਕ ਕਰਨੀ ਆ ਇਹ ਸਾਡਾ ਕੋਈ ਸ਼ੌਕ ਨਹੀਂ ਆ। ਸਾਡਾ ਇਹ ਅਖੀਰਲਾ ਤਿਉਹਾਰ ਆ। ਗੌਰਮੈਂਟ ਸਾਨੂੰ ਮਜਬੂਰ ਕਰਦੀ ਆ ਸਾਨੂੰ ਇਸ ਸਟੈਪ ਤੇ ਜਾਣ ਤੇ, क्योंकि जे असीं 2 दिन की हड़ताल काल की साडी अपैक्स बॉडी ने साडे लीडर साहबान ने तो बड़ी मजबूरी च की आ। असीं इहदी बकायदा तनख्वाह घटा रहे हैं तो जे सानूं स्ट्राइक ते जाना पै रहा साडियां बहुत वड्डियां मजबूरियां ने। गौरमेंट दे अड़ियल रवैये करके सानूं ये स्टैप लैना पिया। तुसीं क्या गौरमेंट दा अड़ियल रवैया, अड़ियल रवैया की है? बस उन्होंने ये सोचा भी ਜਿਹੜੇ ਹੁਣ ਤੁਸੀਂ पिछले समय तो वेखो जिद्दां जिद्दे साडे प्रॉफिटेबल ਜਿਹੜੇ ਅਦਾਰੇ ਨੇ ਉਹ ਪ੍ਰਾਈਵੇਟ ਕਰ ਦਿੱਤੇ ਗਏ ਆ। ਰੇਲਵੇ ਦੇ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੋ ਗਈ ਆ। ਹੁਣ ਇਹ ਬੈਂਕਾਂ ਦੇ ਪਿੱਛੇ ਪਏ ਆ। ਇਹਨਾਂ ਦੀ ਸੋਚ ਸਾਡੀ ਸਮਝ ਤੋਂ ਬਾਹਰ ਆ। ਇਹ ਕਿਉਂ ਇਸ ਤਰ੍ਹਾਂ ਹਰ ਇੱਕ ਅਦਾਰੇ ਨੂੰ ਪ੍ਰੋਫਿਟ ਵਾਲੇ ਨੂੰ ਵੀ ਪ੍ਰਾਈਵੇਟ ਕਰੀ ਜਾਂਦੇ, ਨਿੱਜੀ ਹੱਥਾਂ 'ਚ ਵੇਚੀ ਜਾਂਦੇ ਆ। ਉਸ ਤੋਂ ਬਾਅਦ ਇਹ ਸਾਰਾ ਜਿਹੜਾ ਬੋਝ ਆ ਜਿਹੜਾ ਪ੍ਰਾਈਵੇਟ ਦਾ ਇਹ ਸਾਰਾ ਜਿਹੜਾ ਨੁਕਸਾਨ ਆ ਸਾਰੀ ਇਹਦੀ ਦੇਣਦਾਰੀ ਆਮ ਲੋਕਾਂ ਦੇ ਪੈਣੀ ਆ। ਤੇ ਜਸਵੰਤ ਜੀ ਜਿਹੜੇ ਇਹ ਪ੍ਰਾਈਵੇਟ ਹੋ ਜਾਂਦੇ ਜਿਹੜੇ ਬੈਂਕ ਗਵਰਨਮੈਂਟ ਦੇ ਜਿਹੜੇ ਆ ਪ੍ਰਾਈਵੇਟ ਹੋ ਜਾਂਦੇ ਤੇ ਇਹਦਾ ਆਮ ਆਦਮੀ ਤੇ ਕੀ ਅਸਰ ਪਏਗਾ? ਬਹੁਤ ਜ਼ਿਆਦਾ ਵੱਡਾ ਅਸਰ ਪਏਗਾ ਜੀ। ਦੇਖੋ ਸਰਕਾਰੀ ਅਦਾਰੇ ਜਿਹੜੇ ਸਰਕਾਰੀ ਸਕੀਮਾਂ ਲੈ ਕੇ ਬੈਂਕ 'ਚ ਆਉਂਦੇ ਨੇ। ਤੁਸੀਂ ਦੇਖੋ ਜਦੋਂ ਮੋਦੀ ਸਾਹਿਬ ਆਏ 2014 ਦੇ ਵਿੱਚ ਇਹਨਾਂ ਨੇ ਇੱਕ ਜਨ ਧਨ ਯੋਜਨਾ ਸ਼ੁਰੂ ਕੀਤੀ। ਇਹਨਾਂ ਦਾ ਇੱਕ ਸੁਪਨਾ ਸੀਗਾ ਵੀ ਆਪਾਂ ਘਰ ਘਰ ਹਰ ਇੱਕ ਬੰਦੇ ਦਾ ਇੱਕ ਅਕਾਊਂਟ ਹੋਏਗਾ। ਉਸ ਦੇ ਤਹਿਤ ਬੰਦਿਆਂ ਸਾਡੇ ਜਿਹੜੇ ਬੈਂਕ ਇੰਪਲਾਈਜ਼ ਨੇ ਦਿਨ ਰਾਤ ਇੱਕ ਕਰਕੇ ਘਰਾਂ 'ਚ ਜਾ ਕੇ ਜਿਹੜੇ ਸਾਡੇ ਪਬਲਿਕ ਸੈਕਟਰ ਬੈਂਕ ਨੇ ਨੈਸ਼ਨਲਾਈਜ਼ ਬੈਂਕ ਨੇ ਇਹਨਾਂ ਨੇ 40 ਕਰੋੜ ਜਿਹੜੇ ਆ ਅਕਾਊਂਟ ਖੋਲ੍ਹੇ ਆ ਘਰਾਂ 'ਚ ਜਾ ਕੇ। ਇਹਦੇ ਕੰਪੇਅਰ ਤੁਸੀਂ ਪ੍ਰਾਈਵੇਟ ਲਾ ਲਓ ਉਹਨਾਂ ਨੇ ਕਰੋੜ ਅਕਾਊਂਟ ਖੋਲ੍ਹਿਆ। ਤੇ ਦੱਸੋ ਜੀ ਕਿਆ ਤੁਹਾਨੂੰ ਇਹ ਨਹੀਂ ਲੱਗਦਾ ਵੀ ਸਰਕਾਰ ਨੂੰ ਇਸ ਕਰਕੇ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਜ਼ਰੂਰਤ ਪੈ ਰਹੀ ਹੈ? ਕਿਉਂਕਿ ਬੈਂਕਾਂ ਦਾ ਸਰਕਾਰੀ ਬੈਂਕਾਂ ਦਾ NPA ਲਗਾਤਾਰ ਵਧ ਰਿਹਾ ਹੈ, ਯਾਨੀ ਕਿ ਨੌਨ ਪਰਫਾਰਮੈਂਸ ਐਸੈਟਸ ਜਿਹੜੇ ਨੇ ਉਹ ਅਰਬਾਂ ਰੁਪਏ ਹੋ ਗਏ ਨੇ ਜਿਹਦੇ ਕਰਕੇ ਨੁਕਸਾਨ ਹੋ ਰਿਹਾ ਬਹੁਤ। ਦੇਖੋ ਇਹ ਤੁਸੀਂ ਭੰਡਾਰੀ ਸਾਹਿਬ ਬੜਾ ਵਧੀਆ ਸਵਾਲ ਪੁੱਛਿਆ ਵਾ। ਇਸ ਤਰ੍ਹਾਂ ਨਹੀਂ ਹੈਗਾ। ਇਹ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਵਾਂ, ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਵਾਂ। ਇਹ ਜਿਹੜੇ ਨੈਸ਼ਨਲਾਈਜ਼ ਬੈਂਕਾਂ ਦੇ ਵਿੱਚ ਇਹ ਜਿਹੜਾ NPA ਆ ਜਿਹੜੀ ਐਡੀ ਵੱਡੀ ਫਿਗਰ ਆ ਇਹ ਸਿਰਫ ਸਾਡੀ ਨਹੀਂ ਹੈਗੀ। ਇਹ ਤੁਸੀਂ ਵੇਖੋ ਇਹ 'ਚ ਕਾਰਪੋਰੇਟ ਘਰਾਣੇ ਨੇ ਜੀ। ਇਹ ਟੋਟਲ ਜਿਹੜੀ 31 3 2020 ਦੀ NPA ਦੀ ਫਿਗਰ ਆ ਇਹ 6,80,000 ਕਰੋੜ ਆ। ਮਤਲਬ ਜਿਹੜੇ ਲੋਕਾਂ ਨੇ ਬੈਂਕਾਂ ਤੋਂ ਕਰਜ਼ਾ ਲਿਆ ਕਾਰਪੋਰੇਟ ਘਰਾਣਿਆਂ ਨੇ ਉਹ ਬੈਂਕਾਂ ਦਾ ਪੈਸਾ ਵਾਪਸ ਨਹੀਂ ਕਰ ਰਹੇ। ਉਹ 6,80,000 ਕਰੋੜ ਰੁਪਏ ਬਣ ਗਏ। 31 3 2020 ਦੀ ਫਿਗਰ ਦੱਸਦਾ। ਇਹਦੇ ਵਿੱਚ
47,000 ਕਰੋੜ ਸਿਰਫ ਉਹਨਾਂ ਦਾ ਜਿਨ੍ਹਾਂ ਦਾ 5,000 ਕਰੋੜ ਤੋਂ ਉੱਪਰ ਆ। ਓਕੇ, ਮਤਲਬ ਉਹ ਕਿੰਨੇ ਕੁ ਘਰਾਣੇ ਹੋਣੇ ਨੇ ਇਸ 2400 ਹੈਗਾ ਉਹਦੇ ਵਿੱਚ। ਮਤਲਬ 2400 ਘਰਾਣਿਆਂ ਦਾ ਕਰੀਬ 7 ਲੱਖ ਕਰੋੜ ਰੁਪਇਆ ਜਿਹੜਾ ਇਹਨਾਂ ਦੇ ਉੱਪਰ ਬਕਾਇਆ, ਜਿਹੜਾ ਇਹ ਬੈਂਕਾਂ ਦਾ ਵਾਪਸ ਨਹੀਂ ਕਰ ਰਿਹਾ। ਵਾਪਸ ਨਹੀਂ ਕਰ ਰਹੀ ਜੀ ਇਹ। ਤੇ ਇਹ ਬੜੀ ਦੁਖਦਾਈ ਗਾ ਵੀ ਪੈਸਾ ਵਾਪਸ ਨਹੀਂ ਕੀਤਾ ਤੇ ਜਾ ਜੋ ਰਿਹਾ। ਸਾਡਾ ਆਪਣਾ ਆਈਡੀਆ ਵਾ ਵੀ 31/3/2021 ਤੱਕ 8 ਤੋਂ ਲੈ ਕੇ 10,000 ਕਰੋੜ ਤੱਕ ਇਹ NPA ਚਲੇ ਜਾਏਗਾ। ਮਤਲਬ ਇਹ ਜਿਹੜੀ ਫਿਗਰ ਹੈ ਜਿਹੜੀ 8 ਲੱਖ ਤੋਂ ਲੈ ਕੇ 10 ਲੱਖ ਕਰੋੜ ਤੱਕ ਦੀ ਪਹੁੰਚ ਜਾਏਗੀ। ਬਿਲਕੁਲ। ਤੇ ਇਹਦੇ ਲਈ ਜ਼ਿੰਮੇਦਾਰ ਕੌਣ ਹੈ? ਜ਼ਿੰਮੇਦਾਰ ਸਰਕਾਰਾਂ ਜ਼ਿੰਮੇਦਾਰ ਨੇ। ਨਹੀਂ, ਸਰਕਾਰ ਤਾਂ ਬੈਂਕ ਤਾਂ ਲੋਨ ਤਾਂ ਪਾਸ ਕਰਦੇ ਆ। ਬੈਂਕ ਦੇਖੋ, ਇੱਕ ਕਾਮਨ ਮੈਨ ਨੇ ਇੱਕ ਕਰਜ਼ਾ ਲੈਣਾ ਹੁੰਦਾ ਬੈਂਕ ਕੋਲੋਂ, 10 ਲੱਖ ਰੁਪਏ ਕਰਜ਼ਾ ਲੈਣਾ ਜਾਂ 1 ਲੱਖ ਵੀ ਕਰਜ਼ਾ ਲੈਣਾ ਹੈ, ਤੇ ਤੁਸੀਂ 100 ਜਗ੍ਹਾ ਤੇ ਸਾਈਨ ਕਰਾਉਂਦੇ ਹੋ ਤੇ ਤੁਸੀਂ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਦਿੱਤੇ 2400 ਲੋਕਾਂ ਨੂੰ। ਕਿਆ ਉਹਨਾਂ ਦੀ ਪ੍ਰਾਪਰਟੀਆਂ ਨਹੀਂ ਰੱਖੀਆਂ, ਜਾਂ ਕਿਤੇ ਨਾ ਕਿਤੇ ਬੈਂਕ ਦੇ ਲੋਕ ਰਲੇ ਨੇ, ਜਾਂ ਕੁਝ ਤੁਹਾਡੇ ਤੇ ਉੱਪਰ ਪੋਲੀਟੀਕਲ ਦਬਾਅ ਹੈ, ਜਾਂ ਕੁਝ ਹੋਰ ਲੋਕ ਵਿੱਚ ਰਲੇ ਨੇ? ਦੇਖੋ ਭੰਡਾਰੀ ਸਾਹਿਬ, ਇਦਾਂ ਹੈ, ਜਿਹੜੇ ਛੋਟੇ ਲੋਨ ਹੈ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਪਰ ਰੱਖਦੇ 10 ਲੱਖ 20 ਲੱਖ 50 ਲੱਖ 60 ਲੱਖ, ਇਹਨਾਂ ਦਾ ਜਿਹੜੀ ਰੇਸ਼ੋ ਆ NPA ਦੀ ਬਹੁਤ ਘੱਟ ਆ। ਇਹ ਜਿਹੜੇ ਪੋਲੀਟੀਕਲ ਪ੍ਰੈਸ਼ਰ ਦੇ ਨਾਲ, ਪੋਲੀਟੀਕਲ ਦੇ ਨਾਲ ਇਨਵੋਲਵਮੈਂਟ ਦੇ ਨਾਲ ਜਿਹੜੇ ਵੱਡੇ ਲੋਨ ਹੁੰਦੇ ਆ, ਮੇਨ ਸਾਰੇ ਉਹ ਡੁੱਬਣ ਦੇ ਆ। ਉਹਨਾਂ ਦੇ ਕਰਕੇ ਫਿਗਰ ਏਡੀ ਸਪੀਡ ਦੇ ਨਾਲ ਵਧਣ ਡਈ ਹੈ। ਤੇ ਉਹਦਾ ਤੇ ਪੂਰਾ ਦੇਸ਼ ਨੂੰ ਨੁਕਸਾਨ ਹੋ ਰਿਹਾ। ਬਹੁਤ ਜ਼ਿਆਦਾ, ਬਹੁਤ ਵੱਡਾ ਨੁਕਸਾਨ ਆ। ਇਹੀ ਅਸੀਂ ਗੱਲ ਕਰ ਰਹੇ ਆ ਵੀ ਇਹ ਜੇ ਪ੍ਰਾਈਵੇਟ ਕਰ ਦੇਣਗੇ ਤੇ ਫਿਰ ਤੇ ਬਹੁਤ ਇਹ ਤੋਂ ਵੀ ਜ਼ਿਆਦਾ ਨੁਕਸਾਨ ਹੋਏਗਾ। ਮਤਲਬ ਹਜੇ ਤੁਹਾਨੂੰ ਲੱਗਦਾ ਕਿ ਹਜੇ ਬਹੁਤ ਟਾਈਟ ਕਰਕੇ ਬੈਂਕ ਬਹੁਤ ਕਰਜ਼ਾ tight, ਲੈਂਦੇ ਆ ਤਾਂ ਇਹ ਹਾਲ ਮਤਲਬ ਕਰੀਬ 8 ਲੱਖ ਕਰੋੜ ਤੱਕ ਜਾ ਪਹੁੰਚਿਆ ਹੈ। ਬਿਲਕੁਲ। ਜੇ ਪ੍ਰਾਈਵੇਟ ਹੱਥਾਂ 'ਚ ਚਲਾ ਗਿਆ ਤੇ ਸਾਰਾ ਸੁਹਾਇਆ ਹੋ ਜਾਏਗਾ। ਬਿਲਕੁਲ ਜੀ, ਬਿਲਕੁਲ। ਤੇ ਕਿਆ ਸਰਕਾਰ ਉਹਨਾਂ ਘਰਾਣਿਆਂ ਦੇ ਉੱਪਰ ਕੋਈ ਐਕਸ਼ਨ ਨਹੀਂ ਲੈ ਰਹੀ ਜਿਨ੍ਹਾਂ ਨੇ NPA ਘੋਸ਼ਿਤ ਕਰਤਾ ਹੈ, ਜਾਂ ਸਰਕਾਰਾਂ ਬੈਂਕਾਂ ਤੋਂ ਪੈਸਾ ਲਿਆ ਹੈ ਤੇ ਉਹ ਪੈਸਾ ਵਾਪਸ ਨਹੀਂ ਕਰੇ? ਬੇਸਿਕਲੀ ਤਾਂ ਉਹਨਾਂ ਤੇ ਕ੍ਰਿਮੀਨਲ ਅਫੈਂਸ ਦਰਜ ਹੋਣਾ ਚਾਹੀਦਾ ਹੈ। ਬਿਲਕੁਲ ਜੀ। ਦੇਖੋ 2019 ਦੇ ਵਿੱਚ ਸਾਡੀ AABA ਨੇ ਇੱਕ AABA ਦੀ ਪੂਰੀ ਫੁੱਲ ਜਿਹੜੀ ਵਰਕਮੈਨ ਯੂਨੀਅਨ ਦੀ ਹੈ, ਇਹਨਾਂ ਨੇ ਇੱਕ ਲੈਟਰ ਪਾਈ ਸੀਗੀ, ਗਵਰਨਮੈਂਟ ਨੂੰ ਵੀ ਪਾਈ ਆ, ਸੁਪਰੀਮ ਕੋਰਟ 'ਚ ਵੀ ਪਾਈ ਆ, ਵੀ ਸਾਨੂੰ ਇੱਕ ਲਿਸਟ ਇੱਕ ਪਬਲਿਕ ਤੌਰ ਤੇ ਲਿਸਟ ਜਾਰੀ ਕੀਤੀ ਜਾਵੇ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜਾ ਐਡਾ ਜ਼ਿਆਦਾ ਲੋਨ ਹੋ ਗਿਆ ਵਾ, ਇਹਨਾਂ ਦੀ ਲਿਸਟ ਜਾਰੀ ਕੀਤੀ ਜਾਵੇ ਕਿਹੜੇ ਘਰਾਣੇ ਆ ਇਹ 2019 ਦੇ ਵਿੱਚ। ਨਹੀਂ, ਬਟ ਉਹਦੀ ਤਾਂ ਬੈਂਕਾਂ ਕੋਲ ਹੀ ਲਿਸਟ ਹੋਣੀ ਚਾਹੀਦੀ ਹੈ। ਜਿਹੜੇ ਪੈਸੇ, ਮੰਨ ਲਓ ਮੈਂ ਕਿਸੇ ਬੈਂਕ ਦਾ ਮੈਨੇਜਰ ਆ, ਮੇਰੇ ਉੱਥੋਂ ਪਤਾ ਕਈ ਚੀਜ਼ਾਂ ਦੇਖੋ ਸਰਕਾਰ ਦੇ ਦਬਾਅ 'ਚ ਦਬਾਈਆਂ ਜਾਂਦੀਆਂ। ਹੁਣ ਸਰਕਾਰ ਨਹੀਂ ਡਿਕਲੇਅਰ ਕਰ ਰਹੀ, ਉਹ 2019 ਦੀ ਲੈਟਰ ਦਿੱਤੀ ਆ। ਤੁਹਾਨੂੰ ਕੀ ਲੱਗਦਾ ਵੀ ਇਹ ਸਰਕਾਰਾਂ ਹੀ ਜ਼ਿੰਮੇਦਾਰ ਨੇ ਜਾਂ ਕੁਝ ਬੈਂਕ ਦੇ ਵੱਡੇ ਅਧਿਕਾਰੀ ਵੀ ਜ਼ਿੰਮੇਦਾਰ ਨੇ ਇਹਦੇ ਲਈ? ਵੱਡੇ ਅਧਿਕਾਰੀ ਵੀ ਹੋ ਸਕਦੇ ਆ, ਪਰ ਜ਼ਿਆਦਾ ਸਰਕਾਰਾਂ ਜ਼ਿੰਮੇਵਾਰ ਆ। ਨਹੀਂ, ਸਰਕਾਰਾਂ ਤੇ ਅਸੀਂ ਦੇਖੋ ਹਰ ਵਾਰੀ ਦੇਖਿਆ ਜਾਂਦਾ ਵੀ ਸਰਕਾਰਾਂ ਤੇ ਥੋਪਤਾ ਜਾਂਦਾ ਹੈ। ਬੈਂਕ ਦਾ ਲੋਨ, ਮੈਂ 200 ਕਰੋੜ ਰੁਪਏ ਦਾ ਲੋਨ ਲੈਣਾ ਤੇ ਮੈਂ ਤੁਹਾਨੂੰ ਕੁਝ ਤਾਂ ਆਪਣਾ ਬੈਲੈਂਸ ਸ਼ੀਟ ਕੁਝ ਦਿਖਾਵਾਂਗਾ ਤਾਂ ਹੀ ਤੁਸੀਂ 200 ਕਰੋੜ ਦਾ ਲੋਨ ਪਾਸ ਕਰੋਗੇ, ਨਹੀਂ ਤਾਂ ਅਦਰਵਾਈਜ਼ ਤਾਂ ਤੁਸੀਂ ਕਰੋਗੇ ਨਹੀਂ। ਦੇਖੋ ਇਹ ਜਿਹੜੇ ਕਾਰਪੋਰੇਟ ਘਰਾਣੇ, ਇਹਨਾਂ ਦੇ ਜਦੋਂ ਆਪਾਂ ਲੋਨ ਕਰਦੇ ਆ, ਇਹਨਾਂ ਦੀਆਂ ਬੜੀਆਂ ਵਿੱਚ ਕੁੰਡੀਆਂ ਹੁੰਦੀਆਂ। ਹੁਣ ਕਈ ਲੋਨ ਸਾਡੇ ਕੋਲ ਇਹੋ ਜਿਹੇ ਆ ਗਵਰਨਮੈਂਟ ਦੇ, ਜਿਹੜੇ 10 ਲੱਖ ਤੱਕ ਤੁਸੀਂ ਉਹਨਾਂ ਦਾ ਲੋਨ ਕਰੋ, ਅਸੀਂ ਉਹਨਾਂ ਦੀ ਕੋਈ ਆਪਾਂ ਉਹਨਾਂ ਦੀ ਪ੍ਰਾਪਰਟੀ ਵਗੈਰਾ ਨਹੀਂ ਰੱਖ ਸਕਦੇ। ਅਸੀਂ ਵਿਦਆਊਟ ਸਿਕਿਉਰਿਟੀ ਆਪਾਂ ਉਹਨਾਂ ਦਾ ਲੋਨ ਕਰਦੇ ਆ, ਉਹ ਵੀ ਸਾਡੇ ਡੁੱਬਣ ਦੇ ਚਾਂਸ ਹੁੰਦੇ ਆ। ਉਹ 'ਚ ਆਪਾਂ ਕੀ ਕਰ ਸਕਦੇ ਆ? ਅੱਛਾ, ਤੁਹਾਨੂੰ ਲੱਗ ਰਿਹਾ ਵੀ ਸਰਕਾਰ ਉਹਨਾਂ ਕੋਲੋਂ ਲੋਨ ਵਾਪਸ ਲੈਣ ਦੀ ਬਜਾਏ ਉਹਨਾਂ ਨੂੰ ਸ਼ੈਲਟਰ ਕਰ ਰਹੀ ਹੈ? ਕਰ ਰਹੀ, ਬਿਲਕੁਲ ਕਰ ਰਹੀ। ਤੇ ਇਹਦਾ ਹੱਲ ਕੀ ਹੈ? ਹੱਲ ਇਹਦਾ ਤੇ ਸਰਕਾਰ ਨੂੰ ਲੱਭਣਾ ਵਾ ਵੀ ਆਪਾਂ ਕਿੱਦਾਂ ਟਾਈਟ ਕਰੀਏ ਉਹਨਾਂ ਨੂੰ, ਕਿੱਦਾਂ ਇਹਦੀ ਰਿਕਵਰੀ ਲਈ ਜਾਵੇ, ਕਿਸ ਤਰ੍ਹਾਂ ਕਰੀਏ ਆਪਾਂ। ਨਹੀਂ, ਫਿਰ ਇੱਕ ਬੜਾ ਸਵਾਲ ਹੈ ਵੀ ਜਿਵੇਂ ਸਰਕਾਰ, ਤੁਸੀਂ ਕਹਿ ਰਹੇ ਹੋ ਕਿ ਪ੍ਰਾਈਵੇਟਾਈਜ਼ ਕਰਨ ਦੀ ਵੱਲ ਜਾ ਰਹੀ ਹੈ, ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਤੇ ਇਹਨੂੰ ਹੋਰ ਹਿਡਨ ਕਰਨਾ ਚਾਹੁੰਦੀ ਹੋਰ ਹਿਡਨ ਕਰਨਾ ਚਾਹੁੰਦੀ, ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੀ ਹੈ। ਕਿੰਨੇ ਹੀ ਆਪਣੇ ਸ਼ੇਅਰ ਵੇਚ ਦਿੰਦੇ ਆ, ਅਸੀਂ ਆਪਣੇ ਸ਼ੇਅਰ ਪ੍ਰਾਈਵੇਟ ਆਲ ਆਊਟ ਹੋ ਕੇ ਕੰਮ ਕਰੇਗੀ, ਕਿੱਦਾਂ ਕਰੇਗੀ, ਉਹਨਾਂ ਦਾ ਕੰਮ ਕਰਨ ਦਾ ਕੀ ਸਟਾਈਲ ਹੋਏਗਾ, ਆਮ ਬੰਦੇ ਦੀ ਕੀ ਸੁਣਵਾਈ ਹੋਏਗੀ। ਤੁਸੀਂ ਦੇਖੋ ਭੰਡਾਰੀ ਸਾਹਿਬ, ਕਰੋਨਾ ਮੂਵਮੈਂਟ ਦੇ ਵਿੱਚ ਇੰਨਾ ਦੇਸ਼ ਜਦੋਂ ਐਡੀ ਮਹਾਮਾਰੀ ਦੇ ਵਿੱਚੋਂ ਗੁਜ਼ਰ ਰਿਹਾ ਸੀ, ਸਰਕਾਰੀ ਬੈਂਕਾਂ ਨੇ 37,000 ਕਰੋੜ ਜਿਹੜਾ ਵਾ ਪੈਨਸ਼ਨਾਂ ਦਾ ਪਬਲਿਕ ਨੂੰ ਵੰਡਿਆ ਜੀ। 16 ਕਰੋੜ ਲੋਕਾਂ ਨੂੰ ਜੀ, ਠੀਕ ਹੈ। ਅਸੀਂ ਮਹਾਮਾਰੀ ਦੇ ਵਿੱਚ ਵੀ ਕੰਮ ਕੀਤਾ, ਪ੍ਰਾਈਵੇਟ ਨੇ ਇਸ ਤਰ੍ਹਾਂ ਨਹੀਂ ਕੰਮ ਕੀਤਾ ਜੀ। ਪ੍ਰਾਈਵੇਟ ਨੇ ਇਸ ਤਰ੍ਹਾਂ ਕੰਮ ਨਹੀਂ ਕੀਤਾ। ਪ੍ਰਾਈਵੇਟ ਨਹੀਂ ਇਸ ਤਰ੍ਹਾਂ ਕੰਮ ਕਰਦੀ। ਆਮ ਬੰਦਾ ਜ਼ੀਰੋ ਬੈਲੈਂਸ ਤੇ ਅਕਾਊਂਟ ਨਹੀਂ ਖੁਲਾ ਸਕਦਾ ਉੱਥੇ ਜਾ ਕੇ, ਜੋ ਸਰਕਾਰੀ ਬੈਂਕ ਕਰਦੇ ਆ। ਹੁਣ ਤਾਂ ਵੈਸੇ ਇਹ ਪਰਸੈਪਸ਼ਨ ਬਣ ਜਾ ਰਹੀ ਹੈ ਕਿ ਪ੍ਰਾਈਵੇਟ ਸਰਕਾਰੀ ਬੈਂਕਾਂ ਵਾਲੇ ਕੰਮ ਨਹੀਂ ਕਰਦੇ। ਇੱਕ ਤਾਂ ਮੈਨ ਪਾਵਰ ਵੀ ਬਹੁਤ ਘੱਟ ਗਈ ਕਿਉਂਕਿ ਰਿਕਰੂਟਮੈਂਟ ਨਹੀਂ ਹੈਗੀ, ਉਹ ਕੰਮ ਨਹੀਂ ਕਰ ਰਹੇ, ਤੇ ਤਾਂ ਪ੍ਰਾਈਵੇਟਾਈਜੇਸ਼ਨ ਵੱਲ ਵੀ ਸਰਕਾਰ ਦਾ ਧਿਆਨ ਹੈ, ਜਾਂ ਸਿਰਫ ਤੇ ਸਿਰਫ ਇਹ ਸਭ ਕੁਝ ਏਜੰਡਾ ਹਿਡਨ ਰੱਖਣਾ ਚਾਹੁੰਦੇ ਆ ਕਿ ਜਦੋਂ ਮਰਜ਼ੀ ਜਿੱਥੋਂ ਚਾਹਿਆ ਲੋਨ ਲਿਆ, ਜੋ ਚਾਹਿਆ ਕੀਤਾ? ਦੇਖੋ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਸਰਕਾਰੀ ਅਦਾਰੇ ਕੰਮ ਨਹੀਂ ਕਰਦੇ। ਮੈਂ ਤੁਹਾਨੂੰ ਬੇਨਤੀ ਕਰਾਂ ਵੀ ਜਿਹੜੀ ਆ ਕਰੋਨਾ ਦੀ ਮਹਾਮਾਰੀ ਆਈ ਆ, ਇਹਦੇ ਵਿੱਚ ਸਰਕਾਰੀ ਡਾਕਟਰ, ਸਰਕਾਰੀ ਹਸਪੀਟਲ, ਇਹਨਾਂ ਨੇ ਕਿੱਡਾ ਦਿਨ ਰਾਤ ਇੱਕ ਕਰਕੇ
ਮਹੀਨੇ 2 ਮਹੀਨਾ ਬਾਅਦ ਡਾਕਟਰ ਆਏ ਆ ਘਰਾਂ ਦੇ ਵਿੱਚ ਵਾਪਸ, ਜੀ। ਠੀਕ ਹੈ ਨਾ। ਉਦੋਂ ਮੈਂ ਇਹ ਨਹੀਂ ਕਹਿੰਦਾ ਪ੍ਰਾਈਵੇਟ ਨੇ ਕੰਮ ਨਹੀਂ ਕੀਤਾ, ਪ੍ਰਾਈਵੇਟ ਹਸਪਤਾਲਾਂ ਨੇ ਕੰਮ ਕੀਤਾ, ਪਰ ਕੰਪੇਅਰ ਦੈਨ ਗਵਰਨਮੈਂਟ ਹਸਪੀਟਲ ਉਹਨਾਂ ਨੇ ਬਹੁਤ ਘੱਟ ਕੰਮ ਕੀਤਾ। ਪ੍ਰਾਈਵੇਟ ਨੇ ਵੀ ਉਦੋਂ ਸ਼ੁਰੂ ਕੀਤਾ ਜਦੋਂ ਸਰਕਾਰ ਨੇ ਥੋੜਾ ਜਿਹਾ ਸਕੰਜਾ ਕੱਸਿਆ। ਨਹੀਂ, ਮੇਰਾ ਇਹ ਸਵਾਲ ਹੈ ਵੀ ਸਰਕਾਰ ਜਿਵੇਂ ਹੁਣ ਤੁਸੀਂ ਕਿਹਾ ਵੀ ਇਹ ਕ੍ਰਿਮੀਨਲ ਜਿੰਨੇ ਵੀ ਬੈਂਕ NPA ਜਿਨ੍ਹਾਂ ਨੇ ਦਬਿਆ ਸਰਕਾਰ ਬੈਂਕਾਂ ਦਾ ਪੈਸਾ, ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਾਂ ਉਹਨਾਂ ਦੀ ਲਿਸਟ ਤੁਸੀਂ ਕਿਹਾ ਸੀ, ਲੈਟਰ ਵੀ ਲਿਖੀ ਹੈ, ਲਿਸਟ ਉਜਾਗਰ ਕਰਨ ਦੀ ਬਜਾਏ ਇਹਨਾਂ ਨੇ ਇੱਕ ਹੋਰ ਰਸਤਾ ਕਰ ਲਿਆ ਵੀ ਇਹਨੂੰ ਪ੍ਰਾਈਵੇਟਾਈਜ਼ ਕਰਨਾ ਜਾਏ, ਵੀ ਸਭ ਕੁਝ ਹਿਰਨ ਹੋ ਜਾਏ। ਬਿਲਕੁਲ। ਤੇ ਇਹਦਾ ਫਿਰ ਸੋਲੂਸ਼ਨ ਕੀ ਹੈ? ਇਹ ਤਾਂ ਦੇਸ਼ ਖਤਰੇ 'ਚ ਪੈ ਚਲੋ ਜਾਏਗਾ। ਦੇਖੋ ਜੀ, ਇਹੀ ਹੁਣ ਜਿਹੜੀ ਸਾਡੀ ਇੱਕ ਯੂਨਾਈਟਿਡ ਫਾਰਮ ਬਣਿਆ ਵਾ, ਵਰਕਮੈਨ ਯੂਨੀਅਨ ਦਾ, ਆਫਿਸਰ ਦਾ, ਸਾਰਿਆਂ ਦਾ ਇਕੱਠਾ ਬਣਿਆ। ਉਹਨਾਂ ਨੇ ਬੜੀ ਸੋਚ ਸਮਝ ਕੇ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ 15-16 ਦੀ ਹੜਤਾਲ ਦਿੱਤੀ ਆ। ਉਸ ਤੋਂ ਬਾਅਦ ਜੋ ਸਾਨੂੰ ਅੱਗੋਂ ਪ੍ਰੋਗਰਾਮ ਆਏਗਾ ਅਸੀਂ ਉਸ ਹਿਸਾਬ ਨਾਲ ਚੱਲਾਂਗੇ। ਅੱਛਾ, ਜੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਸ ਹੜਤਾਲ ਦੇ ਬਾਅਦ ਕੁਝ ਦਬਾਅ ਚ ਆਏਗੀ ਤੇ ਉਹ ਜਿਹੜੇ NPA ਜਿਹੜੇ ਲੋਕਾਂ ਨੇ ਲੋਨ ਲਏ ਹੋਏ ਹੈ ਪੈਸਾ ਵਾਪਸ ਨਹੀਂ ਕਰ ਰਹੇ, ਉਹਨਾਂ ਦੇ ਨਾਂ ਉਜਾਗਰ ਕਰੇਗੀ ਤੇ ਉਹਨਾਂ ਤੇ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਏਗੀ? ਦੇਖੋ ਭੰਡਾਰੀ ਸਾਹਿਬ, ਜਿਹੜਾ NPA ਦਾ ਇਸ਼ੂ ਇੱਕ ਸੈਪਰੇਟ ਇਸ਼ੂ ਹੈਗਾ, ਜਿਹੜੀ ਪ੍ਰਾਈਵੇਟੇਸ਼ਨ ਦਾ ਇਹ ਇੱਕ ਸੈਪਰੇਟ ਇਸ਼ੂ। ਸਾਡੀ ਜਿਹੜੀ ਮੇਨ ਫੋਕਸ ਜਿਹੜਾ ਵਾ ਸਾਡੀ ਆਰਗੇਨਾਈਜੇਸ਼ਨ ਦਾ, ਇਹ ਸਾਡਾ ਹੈਗਾ ਵਾ ਪ੍ਰਾਈਵੇਟੇਸ਼ਨ ਦੇ ਅਗੇਂਸਟ ਆਪਾਂ ਸਟ੍ਰਾਈਕ ਕਰਨੀ ਆ। ਅਸੀਂ ਉਹ ਕਰ ਰਹੇ ਹਾਂ ਸਟ੍ਰਾਈਕ। ਸਾਡਾ ਮੇਨ ਜਿਹੜਾ ਵਾ ਫੋਕਸ ਜਿਹੜਾ ਪ੍ਰਾਈਵੇਟੇਸ਼ਨ ਤੇ ਹੈਗਾ। ਪ੍ਰਾਈਵੇਟਾਈਜੇਸ਼ਨ ਤੇ ਚਲੋ ਠੀਕ ਹੈ ਤੁਹਾਡੀ ਗੱਲ, ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਬੈਂਕਾਂ ਦਾ ਪੈਸਾ ਡੁੱਬਿਆ ਹੋਇਆ ਆਲਮੋਸਟ, ਉਹ ਵੀ ਵਾਪਸ ਆਉਣਾ ਚਾਹੀਦਾ? ਬਿਲਕੁਲ ਆਉਣਾ ਚਾਹੀਦਾ, 100% ਆਉਣਾ ਚਾਹੀਦਾ। ਉਹ ਤੁਸੀਂ ਵੀ ਇੱਕ ਦੇਖੋ, ਬੈਂਕ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਨੈਸ਼ਨਲ ਪ੍ਰੈਜ਼ੀਡੈਂਟ ਹੋ ਉਸ ਬੈਂਕ ਦੇ, ਤੇ ਇਹਨੂੰ ਲੈ ਕੇ ਵੀ ਕੋਈ ਤੁਹਾਡੀ ਜਥੇਬੰਦੀਆਂ ਜਾਂ ਪੂਰੇ ਆਲ ਓਵਰ ਇੰਡੀਆ ਨੂੰ ਲੈ ਕੇ ਕੋਈ ਗੱਲਬਾਤ ਹੋਣੀ ਚਾਹੀਦੀ ਹੈ ਸਰਕਾਰ ਦੇ ਨਾਲ? ਦੇਖੋ ਤੁਸੀਂ ਪੁਰਾਣਾ ਕਲਚਰ ਦੇਖੋ ਬੈਂਕਾਂ ਦਾ, 10 ਤੋਂ 5 ਵਜੇ ਮੋਸਟਲੀ ਬੈਂਕਾਂ ਦੇ ਸ਼ਟਰ ਥੱਲੇ ਆ ਜਾਂਦੇ ਸੀ। ਅੱਜ ਦਾ ਮੈਨੇਜਰ ਵੇਖੋ, ਅੱਜ ਦਾ ਆਫਿਸਰ ਵੇਖੋ, ਅੱਜ ਦਾ ਕਲੈਰੀਕਲ ਦੇਖੋ, ਕੈਸ਼ੀਅਰ ਦੇਖੋ, 7-7 8-8 ਵਜੇ ਤੱਕ ਮਿਹਨਤ ਕਰਦੇ ਆ, ਫੀਲਡ 'ਚ ਤੁਰੇ ਹੁੰਦੇ ਆ ਰਿਕਵਰੀ ਲੈਣ ਲਈ, ਸਭ ਕੁਝ ਕਰਦੇ, ਬੜੀ ਮਿਹਨਤ ਕਰਦੇ ਆ, ਬਹੁਤ ਜ਼ਿਆਦਾ ਮਿਹਨਤ ਕਰਦੇ ਆ ਰਿਕਵਰੀ ਲਈ, ਕਿਸੇ ਤਰ੍ਹਾਂ ਬੈਂਕ ਬਚਾਏ ਜਾ ਸਕਣ। ਹੁਣ ਬੈਂਕਿੰਗ ਜਿਹੜਾ ਸਿਸਟਮ ਹੋ ਨਹੀਂ ਰਿਹਾ, ਇਹ ਮੈਂ ਗੱਲ ਨੂੰ ਕੰਡੈਮ ਕਰਦਾ ਹਾਂ ਵੀ ਸਰਕਾਰੀ ਜਿਹੜਾ ਬੈਂਕਿੰਗ ਬੁਲਾਈ ਆ ਉਹ ਮਿਹਨਤ ਨਹੀਂ ਕਰਦਾ। ਮੈਂ ਕਹਿੰਦਾ ਡਬਲ ਟ੍ਰਿਪਲ ਕਰਦਾ ਮਿਹਨਤ। ਉਹ ਮਤਲਬ ਨਹੀਂ ਕਹਿੰਦਾ, ਮੇਰਾ ਇਹ ਕਿ ਪਰਸੈਪਸ਼ਨ ਬਣ ਗਈ ਹੈ। ਦੇਖੋ ਕਈ ਵਾਰੀ ਇਸ ਤਰ੍ਹਾਂ ਕੁਝ ਲੋਕ ਐਸੇ ਹੈਗੇ ਨੇ, ਤੇ ਚਲੋ ਇਹ ਵਾਲਾ ਇਹਨੂੰ ਅਸੀਂ ਛੱਡਦੇ ਹਾਂ। NPA ਨੂੰ ਤੁਸੀਂ ਕਿਹਾ ਵੀ ਸਾਡੀ ਪ੍ਰਾਇਮਰੀ ਜਿਹੜੀ ਚੀਜ਼ ਹੈਗੀ ਉਹ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ ਹੈ। ਕਿਆ NPA ਵਾਸਤੇ ਵੀ ਤੁਹਾਡੇ ਬੈਂਕ ਜਾਂ ਤੁਹਾਡੀ ਬਾਡੀ ਕੁਝ ਕਰੂਗੀ? ਬਿਲਕੁਲ ਕਰਾਂਗੇ ਜੀ। ਇਸ ਤੋਂ ਬਾਅਦ ਸਾਡੇ ਜੋ ਲੀਡਰ ਸਾਹਿਬਾਨ ਕਰਨਗੇ ਉਹਦਾ ਬਣਾਉਣਗੇ ਡਾਟਾ, ਸਾਨੂੰ ਕੋਈ ਆਦੇਸ਼ ਦੇਣਗੇ, ਅਸੀਂ ਉਸ ਸਾਹਮਣੇ। ਤੇ ਕੁਝ ਤੁਸੀਂ ਨਾਮ ਦੱਸਣਾ ਚਾਹੋਗੇ ਜਿਹੜੇ ਜਿਹੜੇ ਵੱਡੇ ਘਰਾਣੇ ਹੈ? ਵੱਡੇ ਘਰਾਣੇ ਦੇਖੋ ਜੀ, ਵਿਜੇ ਮਾਲੀਆ ਜੀ, ਅਨਿਲ ਅੰਬਾਨੀ, ਠੀਕ ਹੈ, ਨੀਰਜ ਮੋਦੀ, ਮੇਨ ਤੇ ਇਹੀ ਆ। ਹੁਣ ਸਾਰਿਆਂ ਦੀ ਐਡੀ ਲਿਸਟ ਤੇ ਮੇਰੇ ਕੋਲ ਹੈ ਨਹੀਂ, ਪਰ ਇਹ ਵਿਦੇਸ਼ ਭੱਜ ਜਾਂਦੇ ਆ, ਵਿਦੇਸ਼ ਭੱਜ ਜਾਂਦੇ। ਤੇ ਫਿਰ ਜਿਹੜਾ ਮੰਨ ਲਓ ਇੱਕ ਕਾਮਨ ਮੈਨ ਬੈਂਕਾਂ ਤੇ ਵਿਸ਼ਵਾਸ ਕਰਕੇ ਪੈਸਾ ਜਮ੍ਹਾਂ ਕਰਾਉਂਦਾ ਹੈ, ਤੇ ਉਹ ਪੈਸਾ ਖਤਰੇ 'ਚ ਹੈ? ਦੇਖੋ ਜੀ, ਮੈਂ ਦਰਸ਼ਕਾਂ ਨੂੰ ਤੁਹਾਡੇ ਚੈਨਲ ਦੇ ਥਰੂ ਇਹ ਵੀ ਕਹਿਣਾ ਚਾਹੁੰਦਾ ਵੀ ਬੈਂਕਾਂ ਦੇ ਵਿਸ਼ਵਾਸ ਅਜੇ ਤੱਕ ਵੀ ਲੋਕਾਂ ਦਾ ਕਾਇਮ ਆ, ਤੇ ਸਾਡੀ ਡਿਊਟੀ ਬਣਦੀ ਉਹਨੂੰ ਕਾਇਮ ਰੱਖੀਏ। ਐਸੀ ਕੋਈ ਗੱਲ ਨਹੀਂ ਹੈਗੀ ਸਰਕਾਰੀ ਬੈਂਕਾਂ ਦੇ ਵਿੱਚ, ਤੇ ਕੋਈ ਇਹੋ ਜਿਹਾ ਨਹੀਂ ਲੱਗਦਾ ਵੀ ਉਹ ਅਨਸਿਕਿਉਰ ਨੇ ਜਿਹੜੇ ਸਾਡੇ ਖਾਤਾ ਧਾਰਕ ਨੇ, ਇਹੋ ਜੀ ਕੋਈ ਗੱਲ ਨਹੀਂ ਆ। ਅਸੀਂ ਪੂਰੇ ਉਹਨਾਂ ਦੀ ਤਨਦੇਹੀ ਦੇ ਨਾਲ ਉਹਨਾਂ ਦਾ ਪੈਸਾ ਸੁਰੱਖਿਅਤ ਰੱਖਿਆ ਆਪਣੇ ਕੋਲ। ਤੁਸੀਂ ਸਾਡੇ ਤੇ ਵਿਸ਼ਵਾਸ ਕਰੋ, ਇਹ ਪੈਸਾ ਕਿਤੇ ਨਹੀਂ ਜਾਂਦਾ। ਸਰਕਾਰੀ ਬੈਂਕਾਂ, ਇੱਕ ਮੈਂ ਇਹਨਾਂ ਦੇ ਚੈਨਲ ਦੇ ਥਰੂ, ਤੁਹਾਡੇ ਚੈਨਲ ਦੇ ਥਰੂ ਹੋਰ ਕਹਿਣਾ ਚਾਹੁੰਦਾ, ਤੇ ਵੀ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਹਾਡਾ ਜਿਹੜਾ ਵੱਧ ਤੋਂ ਵੱਧ ਵਿਸ਼ਵਾਸ ਸਰਕਾਰੀ ਬੈਂਕਾਂ ਤੇ ਬਣਿਆ, ਅਸੀਂ ਵਾਅਦਾ ਕਰਦੇ ਤੁਹਾਡਾ ਇਹ ਵਿਸ਼ਵਾਸ ਨਹੀਂ ਟੁੱਟਣ ਦੇਵਾਂਗੇ। ਤੇ ਜੇ ਪ੍ਰਾਈਵੇਟ ਹੱਥਾਂ 'ਚ ਚਲਾ ਜਾਂਦਾ ਤੇ ਫਿਰ ਇਨਸਿਕਿਉਰਿਟੀ ਹੋ ਜਾਂਦੀ? ਦੇਖੋ ਉਹਨਾਂ ਦਾ ਕੰਮ ਕਰਨ ਦਾ ਸਟਾਈਲ, ਹੁਣ ਰੇਲਵੇ ਦਾ ਹਜੇ ਸਟਾਰਟ ਹੋਇਆ ਕੰਮ, 50 ਰੁਪਏ ਦਾ ਪਲੇਟਫਾਰਮ ਹੋ ਗਿਆ। ਤੁਸੀਂ ਉਹ ਤੋਂ ਆਈਡੀਆ ਲਾ ਲਓ, ਜਦੋਂ ਪ੍ਰਾਈਵੇਟੇਸ਼ਨ ਆ ਗਈ ਇਹਦੇ ਵਿੱਚ, ਇਹਨਾਂ ਦਾ ਬੈਂਕ ਦਾ ਕੀ ਚਾਰजेस ਹੋ? ਸਾਡੇ ਮਿਨੀਮਮ ਚਾਰजेस ਨੇ, ਜਿਹੜੇ ਅਕਾਊਂਟ ਦਾ ਬੈਲੈਂਸ ਮੇਨਟੇਨ ਕਰਨ ਦੇ ਸਾਡੇ ਮਿਨੀਮਮ ਚਾਰजेस ਨੇ, ਸਾਡੇ ਇਹਨੇ ਚਾਰजेस ਨਹੀਂ ਹੈਗੇ। ਤੁਸੀਂ ਪ੍ਰਾਈਵੇਟ ਬੈਂਕਾਂ ਦਾ ਦੇਖ ਲਓ। ਤੇ ਤੁਸੀਂ ਕੁਝ ਹੋਰ ਕਹਿਣਾ ਚਾਹੋ? ਬਸ ਜੀ, ਮੈਂ ਇਹ ਗੱਲ ਕਹਿਣਾ ਵਾ, ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਲੋਕ ਨੇ, ਇਹਨਾਂ ਨੂੰ 2 ਦਿਨ ਦੀ ਜਿਹੜੀ ਤਕਲੀਫ ਹੋਏਗੀ, ਅਸੀਂ ਉਹਨਾਂ ਦੇ ਬਿਲਕੁਲ ਤਕਲੀਫ ਦੇ ਭਾਈਵਾਲ ਹਾਂ। ਭਾਈ ਮਜਬੂਰਨ ਗਵਰਨਮੈਂਟ ਨੇ ਸਾਨੂੰ ਇਸ ਕਟਹਿਰੇ 'ਚ ਖੜਾ ਕਰਤਾ। ਸਟ੍ਰਾਈਕ ਕਰਨਾ ਸਾਡਾ ਕੋਈ ਸ਼ੌਕ ਨਹੀਂ। ਮੈਂ ਫਿਰ ਦੁਬਾਰਾ ਦੁਹਰਾਉਣਾ ਚਾਹੁੰਦਾ, ਇੱਕ ਹੋਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ, ਵੀ ਸਾਡੇ ਆਲ ਓਵਰ ਇੰਡੀਆ ਟੋਟਲ ਬੈਂਕ ਇੰਪਲਾਈ ਸਟ੍ਰਾਈਕ ਤੇ ਜਾ ਰਿਹਾ ਵਾ। ਸਿਰਫ ਥੋੜੀ ਜੀ ਸਾਨੂੰ ਜਿਹੜਾ ਫੀਡਬੈਕ ਮਿਲ ਰਿਹਾ ਦੂਜੇ ਬੈਂਕਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਸਕੇਲ 4 ਚੀਫ ਮੈਨੇਜਰ ਵਗੈਰਾ ਨੇ, ਇਹ ਸਟ੍ਰਾਈਕ ਤੋਂ ਸ਼ਾਇਦ ਥੋੜਾ ਜਿਹਾ ਅਵਾਇਡ ਕਰ ਰਹੇ ਨੇ। ਉਹ ਸਾਡੇ ਪੁਰਾਣੇ ਸਾਥੀ ਨੇ, ਜੁਝਾਰੂ ਨੇ, ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਆ, ਪਰ ਮੈਂ ਤੁਹਾਡੇ ਚੈਨਲ ਦੇ ਥਰੂ ਉਹਨਾਂ ਨੂੰ
ਬੇਨਤੀ ਕਰਦਾ ਵਾਂ ਵੀ ਜੇ ਪ੍ਰਾਈਵੇਟੇਸ਼ਨ ਸਾਡਾ ਬੈਂਕ ਹੋ ਗਿਆ, ਨੈਸ਼ਨਲਾਈਜ਼ ਬੈਂਕ ਜੇ ਪ੍ਰਾਈਵੇਟ ਹੋ ਗਿਆ, ਸਕੇਲ 3 ਤੱਕ ਨਹੀਂ ਹੋਣੇ, ਸਕੇਲ 4 ਵੀ ਵਿੱਚੇ ਆਣਾ। ਇਸ ਕਰਕੇ ਤੁਸੀਂ ਸਾਡੇ ਨਾਲ ਮੋਢਾ ਜੋੜ ਕੇ ਜਿੱਦਾਂ ਪਹਿਲਾਂ ਸਾਥ ਦਿੰਦੇ ਸੀ ਉੱਦਾਂ ਹੀ ਸਾਡਾ ਸਾਥ ਦਿਓ। ਤੇ ਤੁਹਾਨੂੰ ਇਸ ਸਟ੍ਰਾਈਕ ਨੂੰ ਕੁਝ ਹੋਰ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ? ਸਾਨੂੰ 84 ਆਰਗੇਨਾਈਜੇਸ਼ਨਾਂ ਦਾ ਸਮਰਥਨ ਹੈਗਾ ਜਿਹੜੀਆਂ ਸਾਨੂੰ ਸਪੋर्ट कर रही ने इस एजिटेशन दे विच। देखिए, उन्होंने कहा है कि हमें कोई शौक नहीं है हड़ताल करने का, लेकिन सरकार ने मजबूर कर दिया है कि हम हड़ताल पर जाएं। जो प्रॉफिट में जो कंपनियां थी धीरे धीरे उन्हें प्राइवेट हाथों में सौंपा जा रहा है। अब बैंकों की बारी आ चुकी है, बैंकों को भी निजी हाथों में सौंप दिया जाएगा। इसी को लेकर 15 और 16 मार्च को देशव्यापी हड़ताल की जा रही है। इन्हें 84 संगठनों का 84 संगठनों का समर्थन भी प्राप्त है। ये इन्होंने जो बहुत बड़ी बात बताई है कि एनपीए यानी कि जो लोग कर्ज ले रहे हैं, बड़े घराने कर्ज ले रहे हैं, वो जो रकम जो वापस नहीं कर रहे हैं, वो रकम 2021 तक जा पहुंची है 8 लाख से 10 लाख करोड़ रुपया, जो कि बहुत बड़ी रकम होती है। देश का पैसा खाया जा रहा है। ये कौन लोग हैं जो देश का पैसा खा रहे हैं? इन्हें सलाखों के पीछे होना चाहिए, लेकिन ये खुलेआम घूम रहे हैं। इन्हें लोग सरकारें बचाने में क्यों लगी हुई हैं, हमारी समझ से परे हैं। अब ये समय आ गया है कि आम लोगों को जागना होगा और लोग इन नेताओं से सवाल पूछने होंगे कि आखिर हमारे देश का पैसा कहां जा रहा है, क्योंकि हमारा देश गरीब नहीं है, इसे गरीब किया जा रहा है। अमृतसर से D4 न्यूज के लिए दीपक भंडारी की खास रिपोर्ट।